Good morning, all of you. All students join our live session. His ninth class, our history chapter one, French Revolution. Within 5 minutes, all students join our live session. Class ninth, SST, history chapter one, French Revolution. 10:35 पे we will start our reading section of chapter 1, French Revolution. All students join our live session, class ninth. कल Now let's we start. तो हमारा लेसन नंबर 1 दी फ्रेंच रेवोल्यूशन, ਇਹਦਾ सब हैडिंग हैगा सैकेंड द आउटब्रेक ऑफ द रेवोल्यूशन। आउटब्रेक रेवोल्यूशन किद्दां हुंदी आ ते अज असीं ਇਹ पढ़दे ਹਾਂ। ਤਾਂ Louis XVI had to increase tax for reason you have learned in the previous section। प्रीवियस सैक्शन ਜਿਹੜਾ ਪਹਿਲਾਂ ਪੜ੍ਹਿਆ ਹੈਗਾ ਉਹਦੇ 'ਚ ਆਪਾਂ ਸਾਰੇ ਕਾਰਨ ਪੜ੍ਹੇ ਆ कि उन्हें टैक्स क्यों इनक्रीज़ किया सीगा प्रीवियस सैक्शन दे विच कि क्यों टैक्स इनक्रीज़ करना चाहुंदा सी क्योंकि जिहड़ी हैगी आ फ्रांस की इकोनमी सी वो चों सारा खजाना खाली हो चुक्या सीगा ते क्योंकि वो वर्ल्ड जिहड़ियां पहलां वॉर्स होईयां लुई 15 होया वो वॉर दे विच उलझिया रहा हैगा ते एक जिहड़ा शाही महल आ उहदे खर्चिਆਂ करके जिहड़ा हैगा वो खजाना खाली हो गया सी। हुण वो टैक्स वधाउणा चाहुंदा पर उत्थे कुछ प्रॉब्लम सीगियां। आपां पढ़दे हां हाउ डू यू थिंक ही कुड हैव गोन अबाउट डूइंग दिस ते वो ये किवें कर सकदा सीगा वो आपां पढ़दे हां। इन फ्रांस द ओल्ड रिजाइम द मोनार्क डिड नॉट हैव पावर टू इंपोज टैक्सिस
ਅਕੋਰਡਿੰਗ ਟੂ ਹਿਜ਼ ਵਿਲ ਅਲੋਨ। ਤਾਂ ਓਲਡ ਰਿਜ਼ਾਈਮ ਕਰਕੇ ਫਰਾਂਸ ਦੇ ਵਿੱਚ ਇੱਕ ਪ੍ਰਥਾ ਚੱਲੀ ਆਉਂਦੀ ਸੀਗੀ, ਜਿਹੜਾ ਮਨਾਰਕ ਸੀ, ਮਨਾਰਕ ਮੀਨਸ ਰਾਜਾ, ਉਹ ਇਕੱਲਾ ਵੀ ਜਿਹੜਾ ਹੈਗਾ ਟੈਕਸ ਨੂੰ ਲਾਗੂ ਨਹੀਂ ਕਰ ਸਕਦਾ। ਇਹ ਸਾਰੇ ਜਿਹੜੇ ਟੈਕਸ ਹੁੰਦੇ ਸੀਗੇ ਉਹਨਾਂ ਨੂੰ ਉਹ ਇਕੱਲਾ ਨਹੀਂ ਲਾਗੂ ਕਰ ਸਕਦਾ ਸੀਗਾ, ਉਹਨੂੰ ਜਿਹੜਾ ਓਲਡ ਰਿਜ਼ਾਈਮ ਦੇ ਵਿੱਚ ਇੱਕ ਸਟਰਕਚਰ ਹੁੰਦਾ ਸੀ ਉਹ ਤੋਂ ਸਲਾਹ ਲੈਣੀ ਪੈਂਦੀ ਸੀਗੀ, ਸੁਜੈਸ਼ਨ ਲੈਣਾ ਪੈਂਦਾ ਸੀਗਾ। ਰੈਦਰ ਹੀ ਹੈਡ ਟੂ ਕਾਲ ਏ ਮੀਟਿੰਗ ਆਫ ਸਟੇਟ ਜਨਰਲ ਵਿਚ ਵੁੱਡ ਦੈਨ ਪਾਸ ਹਿਜ਼ ਪ੍ਰਪੋਜ਼ਲ ਫਾਰ ਨਿਊ ਟੈਕਸਿਸ। ਅਤੇ ਫਿਰ ਉਹਨੂੰ ਇੱਕ ਮੀਟਿੰਗ ਸੱਦਣੀ ਪਈ ਜਨਰਲ ਸਟੇਟ ਦੀ, ਵਿਚ ਵੁੱਡ ਦੈਨ ਪਾਸ ਹਿਜ਼ ਪ੍ਰਪੋਜ਼ਲ, ਜਿਨ੍ਹਾਂ ਨੇ ਉਹਦਾ ਪ੍ਰਪੋਜ਼ਲ ਪਾਸ ਕਰਤਾ ਕਿ ਟੈਕਸ ਵਧਾਉਣੇ ਆ ਆਪਾਂ, ਜਿਹੜੀ ਹੈਗੇ ਟੈਕਸ ਜਿਹੜੇ ਆਪਾਂ ਹੋਰ ਨਵੇਂ ਟੈਕਸ ਜਿਹੜੇ ਲਾਗੂ ਕਰਨੇ ਆ ਆਮ ਜਨਤਾ ਦੇ ਉੱਪਰ। ਤਾਂ ਸਟੇਟ ਜਨਰਲ ਵਾਜ਼ ਏ ਪੋਲੀਟੀਕਲ ਬੋਡੀ ਟੂ ਵਿਚ ਦਾ 3 ਸਟੇਟ ਸੈਂਟ ਦੀਆਂ ਰਿਪਰੈਜ਼ੈਂਟੇਟਿਵ। ਤਾਂ 3 ਹੁਣ ਆਪਾਂ ਇੱਥੇ ਆਪਾਂ ਨੂੰ ਜਾਣਨ ਦੀ ਲੋੜ ਆ ਕਿ ਜਿਹੜੀ ਸਟੇਟ ਜਨਰਲ ਆ ਉਹ ਕੀ ਸੀ। ਉਹ ਇੱਕ ਬੋਡੀ ਸੀ, ਪੋਲੀਟੀਕਲ ਬੋਡੀ, ਜਿਹਦੇ ਵਿੱਚ ਤਿੰਨੋਂ ਸਟੇਟ ਦੇ, ਫਸਟ ਸਟੇਟ, ਸੈਕੰਡ ਸਟੇਟ ਐਂਡ ਥਰਡ ਸਟੇਟ, ਆਪਣੇ ਆਪਣੇ ਰਿਪਰੈਜ਼ੈਂਟੇਟਿਵ ਮਤਲਬ ਕਿ ਹੈੱਡ ਚੁਣ ਕੇ ਹੈੱਡ ਭੇਜਦੇ ਸੀ। ਉਹਦੇ ਵਿੱਚ ਚੁਣੇ ਹੋਏ ਜਿਹੜੇ ਹੁੰਦੇ ਸੀਗੇ ਮੈਂਬਰ, ਉਹ ਜਨਰਲ ਸਟੇਟ ਦੇ ਵਿੱਚ ਭੇਜ ਦਿੰਦੇ ਸੀ, ਅਤੇ ਜਨਰਲ ਸਟੇਟ ਅੱਗੇ ਰਲ ਕੇ ਰਾਜੇ ਨਾਲ ਕੋਈ ਵੀ ਜਿਹੜੇ ਹੈਗੇ ਨਵੇਂ ਰੂਲ ਪਾਸ ਕਰਦੀ ਸੀ, ਚਾਹੇ ਟੈਕਸ ਲਾਉਣਾ, ਚਾਹੇ ਕੋਈ ਵੀ ਹੋਰ ਜਿਹੜਾ ਹੈਗਾ ਸਿਸਟਮ ਕਰਨਾ ਹੈਗਾ ਦੇਸ਼ ਦੇ ਵਿੱਚ, ਉਹ ਜਨਰਲ ਸਟੇਟ ਕਰਦੀ ਸੀ। ਇੱਕ ਪੋਲੀਟੀਕਲ ਬੋਡੀ ਸੀ। ਤਾਂ ਤੁਹਾਨੂੰ ਕੁਐਸਚਨ ਆ ਜਾਂਦਾ ਕਿ ਵਾਟ ਇਜ਼ ਸਟੇਟ ਜਨਰਲ ਇਨ ਫਰੈਂਚ ਸੋਸਾਇਟੀ। ਹਾਊਐਵਰ ਦਾ ਮਨਾਰਕ ਅਲੋਨ ਕੁਡ ਡਿਸਾਈਡ ਵੈਨ ਟੂ ਕਾਲ ਮੀਟਿੰਗ ਆਫ ਹਿਸ ਬੋਡੀ। ਫਿਰ ਵੀ ਮਨਾਰਕ ਜਿਹੜਾ ਹੈਗਾ ਇਹ ਇਕੱਲਾ ਡਿਸਾਈਡ ਕਰ ਸਕਦਾ ਸੀਗਾ ਕਿ ਜਿਹੜੀ ਜਨਰਲ ਸਟੇਟ ਦੀ ਮੀਟਿੰਗ ਕਦੋਂ ਬੁਲਾਉਣੀ ਆ। ਰਾਜੇ ਕੋਲ ਹੁਣ ਇੱਕ ਅਧਿਕਾਰ ਇਹ ਸੀਗਾ ਕਿ ਜਨਰਲ ਸਟੇਟ ਦੀ ਮੀਟਿੰਗ ਬੁਲਾਉਣ ਲਈ ਉਹ ਇਕੱਲਾ ਹੀ ਜਿਹੜਾ ਹੈਗਾ ਕੋਈ ਰੈਜ਼ੋਲੂਸ਼ਨ ਪਾਸ ਕਰ ਸਕਦਾ ਸੀ, ਮੀਟਿੰਗ ਇਕੱਲਾ ਹੀ ਬੁਲਾ ਸਕਦਾ ਸੀਗਾ, ਉਹਦੇ ਕੋਲ ਇਹ ਰਾਈਟ ਸੀਗਾ। ਦ ਲਾਸਟ ਟਾਈਮ ਇਟ ਵਾਜ਼ ਡਨ ਵਾਜ਼ ਇਨ 1614। ਤਾਂ ਇਹ ਜਿਹੜੀ ਮੀਟਿੰਗ ਸੀਗੀ ਇਸ ਤੋਂ ਪਹਿਲਾਂ ਬਹੁਤ ਸਮਾਂ ਪਹਿਲਾਂ ਜਿਹੜੀ ਇਹ ਕਿਸੇ ਰਾਜੇ ਨੇ ਬੁਲਾਈ ਸੀਗੀ। ਉਹਦੇ ਜਿਹੜੇ ਹੈਗੇ ਆ ਉਹਦੇ ਲੂਈ 16 ਦਾ ਜਿਹੜਾ ਫਾਦਰ ਸੀਗਾ ਜਾਂ ਉਹਦਾ ਦਾਦਾ ਸੀ, ਉਦੋਂ ਪਹਿਲਾਂ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਇਹ ਮੀਟਿੰਗ ਬੁਲਾਈ ਸੀਗੀ 1614 ਈਸਵੀ ਦੇ ਵਿੱਚ, ਜਾਣੀ ਕਿ ਹੁਣ 1700 ਦੇ ਲਗਭਗ ਚੱਲ ਰਿਹਾ, ਅਤੇ ਬਹੁਤ ਜਿਹੜਾ ਹੈਗਾ ਟਾਈਮ ਪੈ ਗਿਆ ਸੀਗਾ। ਔਨ 5 May 1789 ਲੂਈ 16 ਕਾਲ ਟੁਗੈਦਰ ਐਨ ਅਸੈਂਬਲੀ ਆਫ ਸਟੇਟ ਤਾਂ ਜਿਹੜੇ ਵਰਡ ਤੁਹਾਨੂੰ ਡਾਰਕ ਕੀਤੇ ਜਾਣਗੇ ਉਹ ਸਟੂਡੈਂਟਸ ਨੇ ਫਾਈਂਡ ਕਰਨੇ ਆ। ਅਤੇ ਕੁਛ ਪ੍ਰੋਬਲਮ ਸਟੂਡੈਂਟਸ ਨੂੰ ਆ ਰਹੀਆਂ ਸੀਗੀਆਂ ਕਿ ਵਰਡ ਫਾਈਂਡ ਕਰਨ ਦੇ ਵਿੱਚ ਸਰ ਕਿੱਦਾਂ ਵਰਡ ਫਾਈਂਡ ਕਰਨੇ ਆ, ਜਾਂ ਉਹਨਾਂ ਦੇ ਮੀਨਿੰਗ ਰੋਂਗ ਫਾਈਂਡ ਕਰ ਰਹੇ ਸੀਗੇ। ਅਤੇ ਅੱਜ ਮੈਂ ਤੁਹਾਨੂੰ ਜਿਹੜਾ ਹੈਗਾ ਲੈਸਨ ਪੜ੍ਹਾਉਣ ਤੋਂ ਬਾਅਦ ਇਸ ਲਾਈਵ ਸੈਸ਼ਨ ਦੇ ਲਾਸਟ ਦੇ ਵਿੱਚ ਦੱਸਾਂਗਾ ਕਿ ਤੁਸੀਂ ਜਿਹੜੇ ਵਰਡ ਫਾਈਂਡ ਕਰਨੇ ਆ ਉਹ ਕੈਂਬਰਿਜ ਦੀ ਜਿਹੜੀ ਔਨਲਾਈਨ ਡਿਕਸ਼ਨਰੀ ਆ ਜਾਂ ਆਫਲਾਈਨ ਡਿਕਸ਼ਨਰੀ ਆ ਉਹਦੇ 'ਚੋਂ ਫਾਈਂਡ ਕਰਨੇ ਆ। ਜੋ ਮੀਨਿੰਗ ਉਹ ਦੱਸੂਗੀ ਉਹ ਅਸੀਂ ਆਪਣੀ ਨੋਟਬੁੱਕ 'ਤੇ ਰਾਈਟ ਕਰਨਾ ਹੈਗਾ, ਇੰਗਲਿਸ਼ ਟੂ ਇੰਗਲਿਸ਼। 16 ਕਾਲ ਟੁਗੈਦਰ ਐਨ ਅਸੈਂਬਲੀ ਆਫ ਸਟੇਟ, ਇੱਥੇ ਪੜ੍ਹ ਰਹੇ ਹਾਂ ਆਪਾਂ, ਜਨਰਲ ਟੂ ਪਾਸ ਪ੍ਰਪੋਜ਼ਲ ਆਫ ਆਰ ਨਿਊ ਟੈਕਸਿਸ, ਜਨਰਲ ਟੂ ਪਾਸ ਪ੍ਰਪੋਜ਼ਲ ਫਾਰ ਨਿਊ ਟੈਕਸਿਸ। ਤਾਂ 5 ਮਈ ਨੂੰ ਲੂਈ 16 ਨੇ ਕੀ ਕੀਤਾ, ਇੱਕ ਅਸੈਂਬਲੀ ਟੁਗੈਦਰ ਕੀਤੀ ਸਟੇਟ ਜਨਰਲ ਦੀ, ਟੂ ਪ੍ਰਪੋਜ਼ਲ ਸੀਗਾ ਉਹਦਾ ਕਿ ਨਵੇਂ ਟੈਕਸ ਪਾਸ ਕਰਨੇ ਆ ਐਜ਼ ਰਿਸਪਲੈਂਡੈਂਟ ਹਾਲ ਇਨ ਵਰਸਾਇਲਸ। ਅਤੇ ਜਗ੍ਹਾ ਕਿੱਥੇ ਰੱਖੀ ਸੀਗੀ, ਇੱਕ ਹਾਲ ਰੱਖਿਆ ਸੀਗਾ ਵਰਸਾਇਲਸ ਦਾ, ਵਾਜ਼ ਪ੍ਰਪੇਅਰਡ ਟੂ ਹੋਸਟ ਦਾ ਡੈਲੀਗੇਟਸ, ਜਿੰਨੇ ਵੀ ਡੈਲੀਗੇਟਸ ਹੋਣਗੇ ਉਹਨਾਂ ਨੂੰ ਹੋਸਟ ਕਰਨ ਵਾਸਤੇ। ਦਾ ਫਸਟ ਐਂਡ ਸੈਕੰਡ ਸਟੇਟ ਸੈਂਟ 3 ਰਿਪਰੈਜ਼ੈਂਟੇਟਿਵ ਈਚ। ਜਿਹੜੀ ਫਸਟ ਅਤੇ ਸੈਕੰਡ ਸਟੇਟ ਸੀਗੇ ਉਹ ਆਪਣੇ 300 ਮੈਂਬਰ ਭੇਜਦੀ ਸੀ ਇਹਦੇ ਵਿੱਚ, ਜਿਹੜੀ ਮੀਟਿੰਗ ਹੋਣੀ ਸੀ ਜਨਰਲ ਸਟੇਟ ਦੀ। who were seated in rows facing each other on 2 sides। ਤਾਂ ਹੁਣ ਇੱਕ ਸਰਕਲ ਬਣਿਆ ਹੋਇਆ ਸੀ ਇੱਕ ਟਾਈਪ ਦਾ, ਜਿਹਦੇ ਵਿੱਚ ਕੀ ਹੈਗਾ ਉਹ ਬੈਠੇ ਸੀਗੇ ਇੱਕ ਦੂਸਰੇ ਵੱਲ ਮੂੰਹ ਕਰਕੇ। ਜਿਹੜੇ ਫਸਟ ਅਤੇ ਸੈਕੰਡ ਸਟੇਟ ਦੇ ਲੋਕ ਸੀਗੇ ਉਹ ਬੈਠੇ ਸੀਗੇ ਇੱਕ ਦੂਸਰੇ ਵੱਲ ਆਪਣਾ ਫੇਸ ਕਰਕੇ ਬੈਠੇ ਹੋਏ ਸੀਗੇ ਇੱਕ ਰੋ ਦੇ ਵਿੱਚ। ਇਸ ਤਰ੍ਹਾਂ ਇੱਕ ਸਰਕਲ ਦੇ ਰੂਪ 'ਚ ਇੱਕ ਰੋ ਬਣੀ ਹੋਈ ਸੀਗੀ, ਉਹਦੇ ਵਿੱਚ ਫਸਟ ਅਤੇ ਸੈਕੰਡ ਸਟੇਟ ਦੇ ਜਿਹੜੇ ਸੀਗੇ ਮੈਂਬਰ ਸੀਗੇ ਉਹ ਤਾਂ ਬੈਠੇ ਸੀ ਇੱਕ ਦੂਸਰੇ ਵੱਲ ਮੂੰਹ ਕਰਕੇ ਚੇਅਰਸ ਦੇ ਉੱਪਰ। ਰੋ ਰਿਪਰੈਜ਼ੈਂਟੇਟਿਵ ਈਚ ਹੂ ਆਰ ਸੀਟਡ ਇਨ ਰੋਜ਼ ਫੇਸਿੰਗ ਈਚ ਅਦਰ ਇਨ 2 ਸਾਈਡਸ, ਦੋਨੇ ਸਾਈਡ ਸੀ।
while the 16 member of the third state had to stand at the back। ਤੇ ਜਿਹੜੇ 600 ਮੈਂਬਰ ਸੀਗੇ ਉਹਨਾਂ ਨੂੰ ਲਾਸਟ 'ਤੇ ਬੈਠਣਾ, ਉਹਨਾਂ ਦੇ ਪਿੱਛੇ ਖੜਾ ਹੋਣਾ ਪੈਂਦਾ ਸੀ। ਜਿਹੜੇ ਉਹ ਬੈਠੇ ਮੈਂਬਰ ਸੀਗੇ ਫਸਟ ਸਟੇਟ ਤੇ ਸੈਕੰਡ ਸਟੇਟ ਦੇ, ਉਹਨਾਂ ਦੇ ਪਿੱਛੇ ਕੌਣ ਖੜੇ ਸੀਗੇ? ਜਿਹੜੇ ਥਰਡ ਸਟੇਟ ਦੇ ਮੈਂਬਰ ਸੀ, ਆਮ ਲੋਕ। ਦ ਥਰਡ ਸਟੇਟ ਵਾਜ਼ ਰਿਪਰੈਜ਼ੈਂਟਡ ਬਾਈ ਇਟਸ ਮੋਰ ਪ੍ਰੋਸਪਰ ਐਂਡ ਐਜੂਕੇਟਡ ਮੈਂਬਰ। ਜਦੋਂ ਕਿ ਜਿਹੜੇ ਥਰਡ ਸਟੇਟ ਦੇ ਮੈਂਬਰ ਬਹੁਤ ਜ਼ਿਆਦਾ ਪੜ੍ਹੇ ਹੋਏ ਅਤੇ ਬਹੁਤ ਜਿਹੜਾ ਪ੍ਰੋਸਪਰ ਖਾਸ ਲੋਕ ਸੀਗੇ, ਬਟ ਉਹਨਾਂ ਨੂੰ ਖੜਨਾ ਪੈਂਦਾ ਸੀ। ਪੀਜ਼ੈਂਟ ਆਰਟੀਜ਼ਨਸ ਐਂਡ ਵੂਮਨ ਵਰ ਡਿਨਾਈਡ ਐਂਟਰੀ ਟੂ ਦ ਅਸੈਂਬਲੀ। ਹੁਣ ਜਿਹੜੇ ਕਿਸਾਨ ਸੀਗੇ ਜਾਂ ਕੋਈ ਆਰਟੀਜ਼ਨ ਸੀਗੇ ਜਾਂ ਜਿਹੜੀਆਂ ਔਰਤਾਂ ਸੀਗੀਆਂ, ਉਹਨਾਂ ਨੂੰ ਡਿਨਾਈ ਕਰਤਾ ਵੀ ਤੁਸੀਂ ਅਸੈਂਬਲੀ ਦੇ ਵਿੱਚ ਨਹੀਂ ਜਾ ਸਕਦੀਆਂ, ਉਹਨਾਂ ਨੂੰ ਅਸੈਂਬਲੀ ਤੋਂ ਜਾਣ ਤੋਂ ਮਨਾ ਕਰ ਦਿੱਤਾ ਗਿਆ। ਹੁੰਦਾ ਕੀ ਹੈ ਫਿਰ? However, the grievances and demand were listed in some 40,000 letters which the representative had brought with them। ਪਰ ਹੁੰਦਾ ਕੀ ਆ, ਫਿਰ ਵੀ ਜਿਹੜੀਆਂ ਉਹਨਾਂ ਦੀਆਂ ਦੁੱਖ ਭਰੀਆਂ ਗੱਲਾਂ ਹੁੰਦੀਆਂ ਐਂਡ ਉਹਨਾਂ ਦੇ ਜਿਹੜੇ ਡਿਮਾਂਡਸ ਹੁੰਦੀਆਂ ਥਰਡ ਸਟੇਟ ਦੇ ਲੋਕ, ਜਿਨ੍ਹਾਂ ਦੇ ਵਿੱਚੋਂ ਕਿਸਾਨ ਸੀਗੇ, ਆਰਟੀਜ਼ਨ ਸੀਗੇ, ਵੂਮਨ ਸੀਗੀਆਂ, ਉਹਨਾਂ ਦੇ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਲਿਖਤ ਰੂਪ 'ਚ ਲਿਖ ਕੇ ਉਹਨਾਂ ਨੇ ਆਪਣੇ ਰਿਪਰੈਜ਼ੈਂਟੇਟਿਵ ਨੂੰ ਫੜਾਤੀਆਂ। ਅਤੇ ਲਗਭਗ ਇਹ 40,000 ਸੀਗੇ ਲੈਟਰਸ। ਉਹਨਾਂ ਨੇ ਇੱਕ ਲੈਟਰ ਲਿਖ ਕੇ ਥਰਡ ਸਟੇਟ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਨੇ ਚੁਣੇ ਹੋਏ, ਹੈ ਨਾ, ਜਿਹੜੇ ਜਾ ਕੇ ਪਿੱਛੇ ਖੜ੍ਹ ਗਏ ਸੀ ਚੇਅਰ ਦੇ ਉੱਪਰ, ਉਹਨਾਂ ਨੂੰ ਆਪਣੇ ਜਿਹੜੇ ਹੈਗੇ ਲੈਟਰਸ ਫੜਾਤੇ। ਅਤੇ ਇਹ ਲੈਟਰ ਇੰਨੇ ਸੀਗੇ ਕਿ ਲਗਭਗ 40,000 ਲੈਟਰ ਸੀਗੇ ਹੈਡ ਬਰੋਟ ਵਿਦ ਦੈਮ। ਜਿਹੜੇ ਥਰਡ ਸਟੇਟ ਦੇ ਰਿਪਰੈਜ਼ੈਂਟੇਟਿਵ ਸੀ ਆਪਣੇ ਨਾਲ ਲੈ ਗਏ, ਕਿਹਨਾਂ ਦੇ? ਕਿਸਾਨਾਂ ਦੇ, ਆਰਟੀਜ਼ਨ ਦੇ ਅਤੇ ਵੂਮੈਨ ਦੇ। ਹੁਣ ਨੈਕਸਟ ਕੀ ਹੁੰਦਾ ਹੈਗਾ? Voting in the state journal in past had been conducting according to the principle that each state had one vote। ਇਹ ਤੋਂ ਪਹਿਲਾਂ ਸਟੇਟ ਜਰਨਲ ਦੇ ਵਿੱਚ ਜਿਹੜਾ ਵੋਟ ਪਾਸ ਕਰਨ ਦਾ ਇੱਕ ਤਰੀਕਾ ਸੀਗਾ, ਜਿਹਦੇ ਵਿੱਚ ਇੱਕ ਸਿਧਾਂਤ ਲਾਗੂ ਹੁੰਦਾ ਸੀਗਾ ਕਿ ਜਿਹੜੀ ਹੈਗੀ ਆ ਈਚ ਸਟੇਟ ਇੱਕ ਵੋਟ ਪਾਸ ਕਰ ਸਕਦਾ। ਜਿਵੇਂ ਫਸਟ ਸਟੇਟ ਆ ਉਹ ਇੱਕ ਵੋਟ ਦਊਗਾ, ਸੈਕੰਡ ਸਟੇਟ ਆ ਉਹ ਵੀ ਇੱਕ ਆਪਣੀ ਵੋਟ ਪਾਸ ਕਰੂਗਾ, ਥਰਡ ਸਟੇਟ ਵੀ ਇੱਕ ਵੋਟ ਪਾਸ ਕਰੂਗਾ। ਬਟ ਇਹ ਡੈਮੋਕ੍ਰੇਟਿਕ ਨਹੀਂ ਸੀਗਾ। ਦਿਸ ਟਾਈਮ ਟੂ ਲੂਈ 16 ਵਾਜ਼ ਡੈਟਰਮਾਈਨਡ ਟੂ ਕੰਟੀਨਿਊ ਦਾ ਸੇਮ ਪ੍ਰੈਕਟਿਸ। ਪਰ ਜਿਹੜਾ ਇਸੇ ਟਾਈਮ ਜਿਹੜਾ ਲੂਈ 16 ਸੀਗਾ ਉਹਨੇ ਸੇਮ ਹੀ ਚੀਜ਼ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਵੀ ਇੱਕ ਵੋਟ ਸਾਰਿਆਂ ਤੋਂ ਲੈ ਲੈਣਾ, ਕਿਉਂਕਿ ਫਸਟ ਸਟੇਟ ਉਹਦੇ ਹਾਮੀ ਭਰਦੀ ਆ, ਸੈਕੰਡ ਸਟੇਟ ਵੀ ਉਹਦੇ ਵੱਲ ਹੈ, ਲੂਈ 16 ਦੇ ਜਿਹੜਾ ਹੈਗਾ ਫੇਵਰ ਕਰਦੀ ਆ। ਅਤੇ ਜਿਹੜੀ ਥਰਡ ਸਟੇਟ ਆ ਉਹਨਾਂ ਦੇ ਮੈਂਬਰ ਜ਼ਿਆਦਾ ਪਰ ਉਹਨੂੰ ਵੋਟ ਇੱਕ ਹੀ ਮਿਲੂਗੀ, ਇਸ ਕਰਕੇ ਉਹਨਾਂ ਦਾ ਜਿਹੜੀਆਂ ਡਿਮਾਂਡਸ ਆ ਉਹ ਰੱਦ ਕਰ ਦਿੱਤੀਆਂ ਜਾਣਗੀਆਂ। ਬਟ ਹੁੰਦਾ ਕੀ ਹੈ? ਬਟ ਮੈਂਬਰਸ ਆਫ ਥਰਡ ਸਟੇਟ ਡਿਮਾਂਡਡ ਦੈਟ ਵੋਟਿੰਗ ਨਾਓ ਬੀ ਕੰਡਕਟਡ ਬਾਈ ਦਾ ਅਸੈਂਬਲੀ ਐਜ਼ ਏ ਹੋਲ ਵੇਅਰ ਈਚ ਮੈਂਬਰ ਵੁੱਡ ਹੈਵ ਵਨ ਵੋਟ। ਉਹ ਕਹਿੰਦੇ ਸਾਰੀਆਂ ਵੋਟਿੰਗ ਹੈ ਨਾ, ਉਹ ਇਕੱਠੀਆਂ ਹੀ ਇੱਕ ਐਜ਼ ਏ ਅਸੈਂਬਲੀ ਦੇ ਤੌਰ 'ਤੇ ਵੋਟਾਂ ਪਾਈਆਂ ਜਾਣਗੀਆਂ। ਅਤੇ ਇਹਦੇ ਵਿੱਚ ਇਹ ਰੂਲ ਹੋਊਗਾ ਕਿ ਹਰੇਕ ਪਰਸਨ ਨੂੰ, ਜਿਹੜਾ ਹਰੇਕ ਮੈਂਬਰ ਆ, ਉਹਨੂੰ ਵਨ ਵੋਟ ਦੀ ਵੈਲਿਊ ਦਿੱਤੀ ਜਾਊਗੀ, ਕਿ ਉਹ ਉਹਨਾਂ ਦੀ ਵੋਟ ਇੱਕ ਗਿਣੀ ਜਾਊਗੀ। ਮਤਲਬ ਕਿ ਇਹ ਨਹੀਂ ਵੀ ਇੱਕ ਸਟੇਟ ਦੀ ਵੋਟ ਇੱਕ ਗਿਣਨ ਦੀ ਬਜਾਏ ਜਿੰਨੇ ਮੈਂਬਰ ਹੈਗੇ ਆ ਮੈਂਬਰਸ ਦੀ ਵੋਟ ਗਿਣੀ ਜਾਊਗੀ, ਰਾਦਰ ਦੈਨ ਵੀ ਜਿਹੜਾ ਹੈਗੇ ਆ ਉਹਦੇ ਪਾਰਟ ਆ ਸਟੇਟ ਦੇ, ਵੀ ਫਸਟ ਸਟੇਟ, ਸੈਕੰਡ ਸਟੇਟ, ਫਿਰ ਤਾਂ 3 ਵੋਟਸ ਹੀ ਹੋਈਆਂ ਓਨਲੀ, ਤਾਂ ਉਹ ਕਹਿੰਦੇ ਮੈਂਬਰਸ ਦੀ ਵੋਟ ਗਿਣੋ। ਦਿਸ ਵਾਜ਼ ਵਨ ਆਫ ਦਾ ਡੈਮੋਕ੍ਰੇਟਿਕ ਪ੍ਰਿੰਸੀਪਲ ਪੁੱਟ ਫਾਰਵਰਡ ਬਾਈ ਫਿਲੋਸਫਰ ਲਾਈਕ ਰੂਸੋ ਇਨ ਹਿਜ਼ ਬੁੱਕ ਦਾ ਸੋਸ਼ਲ ਕੰਟਰੈਕਟ। ਹੁਣ ਹੁੰਦਾ ਕੀ ਆ ਕਿ ਇੱਕ ਡੈਮੋਕ੍ਰੇਟਿਕ ਪ੍ਰਿੰਸੀਪਲ ਸੀਗਾ ਜਿਹੜਾ ਕਿ ਪੁੱਟ ਫਾਰਵਰਡ ਕੀਤਾ ਸੀਗਾ ਫਿਲੋਸਫਰ ਰੂਸੋ ਨੇ ਆਪਦੀ ਬੁੱਕ ਦੇ ਵਿੱਚ। ਕਿਤਾਬ ਦਾ ਨਾਮ ਸੀਗਾ ਸੋਸ਼ਲ ਕੰਟਰੈਕਟ। ਹੁਣ ਤੁਹਾਡੇ ਕੋਲ 2 ਨੰਬਰ ਦੇ ਵਿੱਚ ਕੁਐਸਚਨ ਆ ਜਾਂਦਾ ਕਿ ਰੂਸੋ ਦੀ ਕਿਹੜੀ ਬੁੱਕ ਆ ਜਾਂ ਸੋਸ਼ਲ ਕੰਟਰੈਕਟ ਕਿਹੜੇ ਵਿਅਕਤੀ ਦੁਆਰਾ ਜਾਂ ਕਿਸ ਫਿਲੋਸਫਰ ਦੁਆਰਾ ਲਿਖੀ ਗਈ ਬੁੱਕ ਹੈ। ਤਾਂ ਇਹ ਸਟੂਡੈਂਟ ਨੂੰ ਕੁਐਸਚਨ ਆ ਜਾਂਦਾ, ਤੁਸੀਂ ਇਹਨੂੰ ਧਿਆਨ 'ਚ ਰੱਖਣਾ, ਅੰਡਰਲਾਈਨ ਕਰ ਲਓ ਇਸ ਗੱਲ ਨੂੰ ਕਿ ਰੂਸੋ ਦੀ ਕਿਹੜੀ ਬੁੱਕ ਔਰ ਉਹਦਾ ਨਾਮ ਕੀ ਆ। ਸੋਸ਼ਲ ਕੰਟਰੈਕਟ ਆ, ਸੋਸ਼ਲ ਕੰਟਰੈਕਟ ਕਿਹੜੇ ਵਿਅਕਤੀ ਨੇ ਲਿਖੀ ਆ। ਵੈਨ ਦਾ ਕਿੰਗ ਰਿਜੈਕਟਡ ਦਿਸ ਪ੍ਰਪੋਜ਼ਲ, ਜਦੋਂ ਹੀ ਕਿੰਗ ਨੇ ਇਹ ਜਿਹੜਾ ਪ੍ਰਪੋਜ਼ਲ ਰਿਜੈਕਟ ਕਰਤਾ, ਮੈਂਬਰ ਆਫ ਥਰਡ ਸਟੇਟ ਵਾਕਡ ਆਊਟ ਦਾ ਅਸੈਂਬਲੀ ਇਨ ਪ੍ਰੋਟੈਸਟ। ਤਾਂ ਜਿਹੜੇ ਥਰਡ ਸਟੇਟ ਦੇ ਮੈਂਬਰ ਸੀਗੇ ਉਹ ਅਸੈਂਬਲੀ ਤੋਂ ਬਾਹਰ ਆ ਗਏ ਪ੍ਰੋਟੈਸਟ ਕਰਨ ਲਈ, ਉੱਥੋਂ ਅਸੈਂਬਲੀ 'ਚੋਂ ਉੱਠਿਆਏ ਅਤੇ ਬਾਹਰ ਨੂੰ ਆ ਗਏ। ਦਾ ਰਿਪਰੈਜ਼ੈਂਟੇਟਿਵ ਆਫ ਥਰਡ ਸਟੇਟ, ਜਿਹੜੇ ਥਰਡ ਸਟੇਟ ਦੇ ਰਿਪਰੈਜ਼ੈਂਟੇਟਿਵ ਸੀਗੇ, ਵਿਊਡ ਦੈਮਸੈਲਫ ਐਜ਼ ਏ ਸਪੋਕਸਮੈਨ ਫਾਰ ਦਾ ਹੋਲ ਫਰੈਂਚ ਨੇਸ਼ਨ। ਸਪੋਕਸਮੈਨ ਹੁੰਦਾ ਜਿਹੜਾ ਲੋਕਾਂ ਲਈ ਬੋਲਣ ਵਾਲਾ ਵਿਅਕਤੀ ਹੁੰਦਾ, ਉਹਨੂੰ ਸਪੋਕਸਮੈਨ ਕਹਿੰਦੇ ਆ।
तो ये वर्ड तुसीं फाइंड भी करके लैके आना। मैं तुहानूं बाद विच अंडरलाइन करवावांगा सारे वर्ड इदां, जिन्होंने मैं डार्क करूँगा। तुसीं उन्होंने अपनी नोटबुक ते कैंब्रिज की जिहड़ी यूनीवर्सिटी की डिक्शनरी आ उहदे उपरों फाइंड करके लिखने हैगे आ। The representative of third state viewed themselves as a spokesman for the whole French nation। उन्होंने अपने आप को एक स्पोक्समैन बना लिया। थर्ड स्टेट के मैंबरों ने अपने विचारों के हिसाब नाल भी वियूड किया कि आपां उदों तक नहीं उठना। ऑन 20 जून दे असैंबल्ड इन द हॉल ऑफ एन इंडोर टैनिस कोर्ट इन द ग्राउंड ऑफ वर्साइल्स। हुण जिहड़ा वर्साइल सीगा उहदे ग्राउंड दे विच एक टैनिस कोर्ट बनया होया सीगा, जिहदे विच इन्होंने अपने आप को इकट्ठा कर लिया। असैंबल्ड इन द हॉल ऑफ इंडोर टैनिस कोर्ट इन द ग्राउंड ऑफ वर्साइल्स। दे डिकलेयर दैमसैल्फ एज ए नैशनल असैंबली। तो उन्होंने डिकलेयर करता कि असी सारे लोग एक नैशनल असैंबली हाँ। एंड सो नॉट टू डिसपर्स टिल दे हैड ड्राफ्टड ए कंस्टीट्यूशन फॉर फ्रांस। तो कहते उदों तक नहीं उठणगे, उन्होंने सौं खा ली सी कि जदों तक वो जिहड़ियां हैगियां द कंस्टीट्यूशन ऑफ फ्रांस दे वुड लिमिट द पावर ऑफ मोनार्क। तो जदों तक वो एक देश का संविधान नहीं बना लेंदे फ्रांस का कंस्टीट्यूशन, तो जिहड़ी हैगी आ मोनार्क आ उहदियां पावर्स नूं लिमिट नहीं कर देंदे। ये नहीं ना भी हर टाइम तो जी मोनार्क आ वो अपने रूल एंड रेगूलेशन करे तो लोगों की परवाह ना करे। तो इसलिए उन्होंने फिर एक कंस्टीट्यूशन बना लिया तो एक असैंबली बना ली। तो उन्होंने कहा भी उदों तक नहीं वो उठणगे जदों तक वो इत्थों उहदियां पावर लिमिट नहीं कर लेंदे, क्योंकि लोगों के गुस्सा बहुत सीगा तो खाण वाली चीज़ां नहीं मिल रही सी उन्होंने। दे वर लिड बाय मिराबो एंड एबेसीए। तो हुण जिहड़ा ये सारा अंदोलन से लीड कौन कर रहा है, इन्हां च लीडर कौन बनया हुआ सी? लीडर बनया सी मिराबो एंड एबेसीए। ये नाम दो व्यक्तियों के। मिराबो वाज बॉर्न इन ए नोबल फैमिली। जिहड़ा मिराबो सीगा वो नोबल अमीर फैमिली पैदा होया से व्यक्ति सीगा। बट वाज कन्विंस्ड ऑफ द नीड टू अवे विद ए सोसाइटी ऑफ फ्यूडल प्रिविलेजिस। बट वो इस चीज़ नाल कन्विंस होया सीगा, उहदे मन ते गल्लां हावी सीगियां कि मैं इस फ्रेंच सोसाइटी दे विचों जिहड़ा फ्यूडल प्रिविलेजिस वाला सिस्टम आ खत्म कर देना। कि जिहड़े सामंत आ जिहड़े लोग दूजे लोगों के सिर के उपर बैठे आ जिन्हां कोल जमीन हैगी आ उन्होंने जिहड़े खास अधिकार मिले हुए आ वो जिहड़े सारे आ ना असीं वो खत्म कर देने। फ्यूडल सिस्टम खत्म कर देना। जिहड़ी हैगी फ्रेंच सोसाइटी दे विचों प्रिविलेज हुंदा खास विशेष अधिकार ते फ्यूडल हुंदा सामंतवाद। सामंतवाद दे विच की हुंदा हैगा कि एक व्यक्ति नूं काफ़ी सारी जमीन देंदे हुंदे सीगे अंग्रेज। ये इंडिया दे विच भी हुंदा सीगा जिन्हों असीं जिमींदार प्रथा कहने आ। एक्चुअल जिमींदार ते फार्मर वर्ड च बहुत बड़ा डिफरेंस आ। जिमींदार प्रथा अंग्रेज़ों के टाइम ते सीगी। अंग्रेज की करते सीगे जमीन बहुत सारी जमीन जिहड़ी हैगी आ किसी एक व्यक्ति नूं दे दिंदे सीगे। उहनूं कहंदे सीगे तूं सानूं इहदे बदले 1/10 10वां हिस्सा जिहड़ा सानूं टैक्स के रूप में देना तो बाकी लोगों तो तू इस जमीन उपर खेती करवानी है। तो यह अपने इंडिया के भी लागू सीगा पर यह फ्रांस के भी उस टाइम पर चल रहा सीगा। फ्यूडल सिस्टम फ्यूडल प्रिविलेज ही क्योंकि उन्होंने खास अधिकार मिले हुए सी। जिहड़े जिमींदार सी ना वड्डे जिमींदार फ्रांस के उन्होंने बहुत सारे विशेष अधिकार मिले हुए थे ही क्योंकि उन्होंने टैक्स नहीं देना पैंदा सी। फस्ट ऑफ ऑल ही ब्रॉट आउट ए जर्नल। जिहड़ा हुण मिराबो सीगे उन्हें एक जर्नल कढ़िया। जर्नल मतलब कि एक रसाला टाइप जिन्होंने आप कह सकते हैं, एक छोटी जी बुक होंदी है जर्नल्स एंड डिलीवर पावरफुल स्पीच। तो उस जर्नल के उन्हें बहुत वधिया पावरफुल स्पीच दी अपनी लिखित रूप के टू द क्राउडड असैंबली। ही ब्राउट आउट ए जर्नल एंड डिलीवर द पावरफुल स्पीच टू द क्राउड असैंबली एट वर्साइल्स। तो उन्हें जिहड़ी हैगी आ उत्थे स्पीच दी जदों वो इकट्ठे होए हुए सीगे, क्राउडड होए हुए सीगे। असैंबल्ड एट वर्साइल्स जदों वर्साइल दे विच सारे लोग रौला पा रहे सीगे भी आपां इहनूं संविधान बनाउणा एक ते राजे दीयां पावरां लिमिट कर देणीआं। तो उस टाइम ते जिहड़ा हैगा उन्हें स्पीच दी ते अपना एक जर्नल भी कढ़िया जिन्हों आपां एक मैगजीन कह सकते हैं। तुसीं देख सकते हो तुहाडे सामने एक पिक्चर है जिहदे विच मिराबो ते एबेसीए शायद मिराबो है। द टैनिस कोर्ट ओथ एक पिक्चर पूरा सीन दिखाया गया।
ਤੁਸੀਂ ਜਦੋਂ ਤਾਂ ਪੜ੍ਹੋਗੇ ਕਿ ਪ੍ਰੈਪਰੇਟਰੀ ਸਕੈਚ ਆਫ ਲਾਰਜ ਪੇਂਟਿੰਗ ਬਾय ਜੈਕਸ ਲਿਊਸ ਡੇਵਿਡ, ਦ ਪੇਂਟਿੰਗ ਵਾਜ਼ ਇੰਟੈਂਡਡ ਟੂ ਬੀ ਹੰਗ ਇਨ ਦ ਨੈਸ਼ਨਲ ਅਸੈਂਬਲੀ। ਨੈਸ਼ਨਲ ਅਸੈਂਬਲੀ ਨੂੰ ਇਹ ਰੀਪ੍ਰਜੈਂਟ ਕਰਦੀ ਆ, ਜਿਹਦੇ ਵਿੱਚ ਉਹ ਭਾਸ਼ਣ ਦੇ ਰਿਹਾ, ਸਾਰੇ ਲੋਕ ਜਿਹੜੇ ਥਰਡ ਸਟੇਟ ਦੇ ਇਕੱਠੇ ਹੋ ਕੇ ਇਹਨੂੰ ਸਮਰਥਨ ਦੇ ਰਹੇ ਨੇ। ਤਾਂ ਨੈਕਸਟ ਆਪਾਂ ਪੜ੍ਹਦੇ ਹਾਂ। ਹੁਣ ਦੋ ਵਿਅਕਤੀ ਸੀਗੇ, ਇੱਕ ਸੀਗਾ ਮਿਰਾਬੋ ਅਤੇ ਇੱਕ ਸੀ ਐਬੇਸੀਆ। ਜਿਹੜਾ ਐਬੇਸੀਆ ਸੀਗਾ ਓਰੀਜਨਲ ਇਹ ਪ੍ਰਾਈਸਡ। ਹੁਣ ਅਸੀਂ ਇੱਥੋਂ ਸਟਾਰਟ ਕਰ ਰਹੇ ਹਾਂ ਆਪਣਾ ਲੈਸਨ। ਐਬੇਸੀਇੰਗ ਓਰੀਜਨਲੀ ਇਹ ਪ੍ਰਾਈਸਡ ਇੱਕ ਪਾਦਰੀ ਸੀਗਾ। ਰੋਟ ਐਨ ਇਨਫਲੂਐਂਸ਼ੀਅਲ ਪੈਂਫਲੇਟ ਕਾਲਡ ਵਟ ਇਜ਼ ਦ ਥਰਡ ਸਟੇਟ। ਅਤੇ ਐਬੇਸੀਆ ਵੀ ਇੱਕ ਪਾਦਰੀ ਸੀਗਾ, ਹੈ ਤਾਂ ਫਸਟ ਸਟੇਟ ਨਾਲ ਬਿਲੋਂਗ ਕਰਦਾ ਸੀਗਾ, ਬਟ ਉਹਨੂੰ ਲੋਕਾਂ ਨਾਲ ਹਮਦਰਦੀ ਸੀਗੀ, ਇਸ ਕਰਕੇ ਉਹਨੇ ਇੱਕ ਇਨਫਲੂਐਂਸ਼ੀਅਲ ਪੈਂਫਲੇਟ ਕੱਢਿਆ। ਰਸਾਲੇ ਵਾਂਗੂ ਹੀ ਹੁੰਦਾ ਹੈ ਪੈਂਫਲੇਟ ਵੀ। ਪੈਂਫਲੇਟ ਜਿਹਦਾ ਨਾਮ ਸੀਗਾ ਵਟ ਇਜ਼ ਥਰਡ ਸਟੇਟ। ਇੱਕ ਮੈਗਜ਼ੀਨ ਟਾਈਪ ਆਪਣਾ ਜਿਹੜਾ ਹੈਗਾ, ਇਹ ਵੀਕਲੀ ਆਉਂਦੇ ਆ ਪੈਂਫਲੇਟ, ਜਿਹਦੇ ਵਿੱਚ ਉਹਨੇ ਕਿਹਾ ਕਿ ਵਟ ਇਜ਼ ਥਰਡ ਸਟੇਟ, ਥਰਡ ਸਟੇਟ ਕੌਣ ਹੈ, ਥਰਡ ਸਟੇਟ ਬਾਰੇ ਉਹਨੇ ਐਲੈਬੋਰੇਟ ਕੀਤਾ। ਤੁਹਾਡੇ ਕੋਲ ਇਸ ਰਾਈਟ ਹੈਂਡ ਸਾਈਡ 'ਤੇ ਇੱਕ ਮੈਪ ਵੀ ਦਿੱਤਾ ਹੋਇਆ, ਦ ਸਪਰੈਡ ਆਫ ਗ੍ਰੇਟ ਫੀਅਰ। ਅੱਗੇ ਆਊਗਾ ਕਿ ਗ੍ਰੇਟ ਫੀਅਰ ਕਿੱਦਾਂ ਜਿਹੜਾ ਹੈਗਾ ਫਰਾਂਸ ਦੇ ਵਿੱਚ ਫੈਲ ਗਿਆ ਸੀਗਾ, ਲੋਕਾਂ ਨੂੰ ਡਰਾ ਦਿੱਤਾ ਗਿਆ ਸੀਗਾ। ਵਾਈਲ ਦ ਨੈਸ਼ਨਲ ਅਸੈਂਬਲੀ ਵਾਜ਼ ਏ ਬਿਜ਼ੀ ਐਟ ਵਰਸਾਇਲਸ। ਜਦੋਂ ਨੈਸ਼ਨਲ ਅਸੈਂਬਲੀ ਬਿਜ਼ੀ ਸੀਗੀ ਵਰਸਾਇਲ ਡਰਾਫਟਿੰਗ ਏ ਕੰਸਟੀਟਿਊਸ਼ਨ, ਜਦੋਂ ਕੰਸਟੀਟਿਊਸ਼ਨ ਬਣਾ ਰਹੀ ਸੀ। ਦ ਰੈਸਟ ਆਫ ਫਰਾਂਸ ਸੀਥਡ ਵਿਦ ਟਰਮੋਇਲ ਐਜ਼ ਸਿਵਰ ਵਿੰਟਰ ਹੈਡ ਮੀਨਡ ਏ ਬੈਡ ਹਾਰਵੈਸਟ। ਤਾਂ ਉੱਥੋਂ ਹੀ ਇੱਕ ਹੋਰ ਪ੍ਰੋਬਲਮ ਹੋ ਜਾਂਦੀ ਹੈ ਕਿ ਵਿੰਟਰ ਦੀ ਜਿਹੜੀ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਸਿਵਰ ਵਿੰਟਰ ਹੈਡ ਮੀਨਡ ਬੈਡ ਹਾਰਵੈਸਟ, ਤਾਂ ਜਿਹੜੀ ਵਾਢੀ ਹੁੰਦੀ ਆ ਉਹ ਬਹੁਤ ਘੱਟ ਹੁੰਦੀ, ਬੈਡ ਹਾਰਵੈਸਟਿੰਗ ਹੁੰਦੀ ਹੈ, ਜਿਹਦੇ ਕਰਕੇ ਕੀ ਹੁੰਦਾ, ਦ ਪ੍ਰਾਈਜ਼ ਆਫ ਬ੍ਰੈਡ ਰੋਜ਼, ਜਿਹੜੇ ਬ੍ਰੈਡ ਦੇ ਪ੍ਰਾਈਜ਼ ਆ ਉਹ ਵੱਧ ਜਾਂਦੇ ਆ। ਆਫਟਨ ਬੇਕਰ ਐਕਸਪਲਾਈਟਡ ਦਾ ਸਿਚੁਏਸ਼ਨ, ਜਿਹੜੇ ਬੇਕਰ ਹੁੰਦੇ ਆ, ਜਿਹੜੇ ਬ੍ਰੈਡ ਬਣਾ ਰਹੇ ਹੁੰਦੇ ਆ, ਉਹ ਸਿਚੁਏਸ਼ਨ ਨੂੰ ਹੋਰ ਵੀ ਖ਼ਰਾਬ ਕਰ ਦਿੰਦੇ ਆ, ਐਕਸਪਲਾਈਟ ਕਰ ਦਿੰਦੇ ਆ। ਐਂਡ ਹੋਰਡਡ ਸਪਲਾਈਜ਼, ਅਤੇ ਸਪਲਾਈ ਨੂੰ ਕੀ ਕਰ ਲੈਂਦੇ ਆ, ਹੋਰਡ ਕਰ ਲੈਂਦੇ ਆ, ਜਮ੍ਹਾਂ ਕਰ ਲੈਂਦੇ, ਜਿਹੜੀ ਫਸਲ ਵਗੈਰਾ ਹੁੰਦੀ ਹੈ ਸਾਰੀ, ਅਤੇ ਲੋਕਾਂ ਨੂੰ ਦੇਣਾ ਬੰਦ ਕਰ ਦਿੰਦੇ ਆ। ਆਫਟਰ ਸਪੈਂਡਿੰਗ ਆਰਜ਼ ਇਨ ਏ ਲੌਂਗ ਕਿਊਜ਼ ਐਟ ਦਾ ਬੇਕਰੀ, ਬਹੁਤ ਜ਼ਿਆਦਾ ਲੰਬਾ ਸਮਾਂ ਜਿਹੜਾ ਹੈ ਕਿਊਜ਼ ਦੇ ਵਿੱਚ ਬੇਕਰੀ ਦੇ ਅੱਗੇ ਬਿਤਾਉਣ ਤੋਂ ਬਾਅਦ, ਕਰਾਊਡਡ ਆਫ ਐਂਗਰੀ ਵੂਮਨ ਸਟੋਮਡ ਇਨ ਟੂ ਦਾ ਸ਼ੋਪਸ, ਜਿਹੜੇ ਹੈਗੇ ਆ ਹਮਲਾ ਕਰ ਦਿੰਦੀਆਂ, ਜਿਹੜੀਆਂ ਵੂਮਨ ਹੁੰਦੀਆਂ, ਜਿਹੜੀਆਂ ਮੂਹਰੇ ਲਾਈਨ ਲਾ ਕੇ ਖੜੀਆਂ ਹੁੰਦੀਆਂ ਬੇਕਰੀ ਦੇ ਮੂਹਰੇ, ਸਾਨੂੰ ਬ੍ਰੈਡ ਮਿਲਣਗੇ, ਤਾਂ ਉਹ ਐਂਗਰੀ ਹੋ ਜਾਂਦੀਆਂ। ਐਂਡ ਉਹ ਵੂਮਨ ਕੀ ਕਰਦੀਆਂ ਹੈਗੀਆਂ, ਸ਼ੋਪਸ ਦੇ ਉੱਪਰ ਹਮਲਾ ਕਰ ਦਿੰਦੀਆਂ। ਐਟ ਦਾ ਸੇਮ ਟਾਈਮ, ਉਸੇ ਸਮੇਂ ਦਾ ਕਿੰਗ ਆਰਡਰ ਟਰੂਪਸ ਟੂ ਮੂਵ ਇਨ ਟੂ ਪੈਰਿਸ, ਅਤੇ ਉਸੇ ਸਮੇਂ ਐਟ ਦਾ ਟਾਈਮ ਫਿਰ ਕੀ ਹੁੰਦਾ, ਕਿੰਗ ਆਰਡਰ ਕਰਦਾ ਆਪਣੇ ਟਰੂਪਸ ਨੂੰ, ਜਿਹੜੇ ਹੁੰਦੇ ਫੌਜੀ ਦਸਤੇ ਹੁੰਦੇ, ਇਹਨਾਂ ਨੂੰ ਕਹਿੰਦਾ ਕਿ ਤੁਸੀਂ ਪੈਰਿਸ ਦੇ ਵਿੱਚ ਚੱਕਰ ਲਗਾਓ ਕਿ ਕੀ ਹੋ ਰਿਹਾ। ਔਨ 14 ਜੁਲਾਈ ਦਾ ਐਜੀਟੇਟਡ ਕਰਾਊਡ ਸਟੋਮਡ ਐਂਡ ਡਿਸਟਰਾਇਡ ਦਾ ਬੈਸਟਾਈਲਸ, ਅਤੇ 14 ਜੁਲਾਈ ਨੂੰ ਫਿਰ ਕੀ ਹੁੰਦਾ, ਐਜੀਟੇਟਡ ਕਰਾਊਡ ਜਿਹੜੀ ਐਜੀਟੇਸ਼ਨ ਕਰ ਰਹੀ ਹੁੰਦੀ ਹੈ, ਵਿਰੋਧ ਕਰ ਰਹੀ ਹੁੰਦੀ ਹੈ, ਸਟੋਮਡ ਐਂਡ ਡਿਸਟਰਾਇਲ ਦਾ ਬੈਸਟਾਈਲਸ, ਤਾਂ ਜਿਹੜਾ ਹੈਗਾ ਬੈਸਟਾਈਲ ਜਿਹੜੀ ਹੁੰਦੀ ਆ ਉਹਨੂੰ ਤੋੜ ਦਿੰਦੇ ਆ, ਹਮਲਾ ਕਰਦੇ ਆ। ਐਂਡ ਕੀ ਕਰਦੇ ਆ, ਬੈਸਟਾਈਲ ਜਿਹੜੀ ਜੇਲ੍ਹ, ਵੈਸੇ ਜੇਲ੍ਹ ਦਾ ਨਾਮ ਹੈ ਇੱਕ ਬੈਸਟਾਈਲ, ਉਹਨੂੰ ਤੋੜ ਦਿੰਦੇ ਆ। ਇਨ ਦਾ ਕੰਟਰੀ ਸਾਈਡ, ਹੁਣ ਕੰਟਰੀ ਸਾਈਡ, ਇੱਥੇ ਕੰਟਰੀ ਸਾਈਡ ਦਾ ਮੀਨਿੰਗ ਹੁੰਦਾ ਇੱਕ ਦੇਸ਼ ਦੇ ਅੰਦਰ। ਰਿਊਮਰਸ ਸਪਰੈਡ ਫਰੋਮ ਵਿਲੇਜ ਟੂ ਵਿਲੇਜ ਦੈਟ ਦਾ ਲਾਰਡਸ ਆਫ ਮੈਨੋਰ ਹੈਡ ਹਾਇਰਡ ਬੈਂਡਸ ਆਫ ਬ੍ਰਿਗੇਡਸ ਹੂ ਵਰ ਔਨ ਦੀਅਰ ਵੇ ਟੂ ਡਿਸਟਰੋਏ ਦਾ ਰਾਈਪ ਕ੍ਰੌਪਸ। ਹੁਣ ਦੇਸ਼ ਦੇ ਵਿੱਚ ਇੱਕ ਰਿਊਮਰਸ ਫੈਲ ਜਾਂਦਾ ਪਿੰਡ ਤੋਂ ਲੈ ਕੇ ਪਿੰਡ ਤੱਕ, ਕਿ ਜਿਹੜੇ ਉਹ ਇੱਕ ਬੈਂਡ ਹਾਇਰ ਕੀਤਾ ਵਾ, ਜਿਹਦੇ ਵਿੱਚ ਉਹ ਬ੍ਰਿਗੇਡਸ ਆ, ਉਹਦੇ ਰਸਤੇ ਵਿੱਚ ਜਿਹੜੀ ਵੀ ਫਸਲ ਆਉਂਦੀ ਆ ਉਹਨੂੰ ਤਬਾਹ ਕਰ ਦਿੰਦੇ ਆ। ਕਾਟ ਇਨ ਫਰੈਂਜੀ ਆਫ ਫੀਅਰ, ਇਹ ਡਰ ਜਿਹੜਾ ਫੜਨ ਤੋਂ ਬਾਅਦ ਜਿਹੜੇ ਕਿਸਾਨ ਕੀ ਕਰਦੇ ਆ, ਸਿਵਰਲ ਡਿਸਟ੍ਰਿਕਟ ਸਜ਼ਾਈਡ ਹੋਇਜ਼ ਐਂਡ ਪਿਚ ਫੌਕਸ, ਜਿਹੜੇ ਪੀਜੈਂਟ ਹੁੰਦੇ ਆ ਉਹ ਆਪਦੇ ਕਬਜ਼ੇ 'ਚ ਲੈ ਲੈਂਦੇ ਆ, ਜਿਹੜੇ ਵੀ ਉਹਨਾਂ ਦੇ ਖੇਤੀ ਕਰਨ ਵਾਲੇ ਹਥਿਆਰ ਹੁੰਦੇ ਆ, ਜਿਨ੍ਹਾਂ 'ਚ ਹੋਇਜ਼ ਐਂਡ ਪਿਚ ਫੌਕਸ ਆ। ਐਂਡ ਅਟੈਕਡ ਚਟੈਕਸ, ਅਤੇ ਚਟੈਕਸ ਦੇ ਉੱਪਰ ਕੀ ਕਰ ਦਿੰਦੇ ਆ, ਅਟੈਕ ਕਰ ਦਿੰਦੇ ਆ। ਚਟੈਕਸ ਇੱਥੇ ਇਹਨਾਂ ਨੇ ਦਿੱਤਾ ਹੋਇਆ ਹੈਗਾ, ਕੈਸਲ ਔਰ ਸਟੇਟਲੀ ਰੈਜ਼ੀਡੈਂਟ ਬਿਲੋਂਗ ਟੂ ਏ ਕਿੰਗਡਮ ਔਰ ਨੋਬਲ ਫੈਮਿਲੀ। ਨੋਬਲ ਫੈਮਿਲੀ ਦੀ ਇੱਕ ਜਿਹੜੀ ਹੁੰਦੀ ਆ ਕੈਸਲ ਹੈ,
ਜਾਂ ਰੈਜ਼ੀਡੈਂਸ ਪਲੇਸ ਜਿਹਨੂੰ ਆਪਾਂ ਕਹਿ ਸਕਦੇ ਹਾਂ, ਰਹਿਣ ਵਾਲੀ ਜਗ੍ਹਾ, ਉਹਦੇ ਉੱਪਰ ਹਮਲਾ ਕਰ ਦਿੰਦੇ ਆ। ਦੇ ਲੂਟਡ ਹਾਰਡਡ ਗ੍ਰੇਨ, ਉਹ ਲੁੱਟ ਲੈਂਦੇ ਆ ਜਿਹੜੀ ਗ੍ਰੇਨ ਹੁੰਦੀ ਆ ਉਹਨਾਂ ਨੇ ਸਟੋਰ ਕੀਤੀ ਹੁੰਦੀ ਆ, ਉਹਨੂੰ ਲੁੱਟ ਲੈਂਦੇ ਆ। ਐਂਡ ਬਰਨਡ ਡਾਊਨ ਦਾ ਡਾਕੂਮੈਂਟ ਕੰਟੇਨਿੰਗ ਰਿਕਾਰਡ ਆਫ ਮੈਨੋਰੀਅਲ ਡਿਊਜ਼, ਤਾਂ ਉਹ ਫਿਰ ਕੀ ਕਰਦੇ ਆ, ਕਣਕ ਲੁੱਟਣ ਤੋਂ ਬਾਅਦ ਕੀ ਕਰਦੇ ਆ, ਜਿਹੜੇ ਡਾਕੂਮੈਂਟ ਕੰਟੇਨ ਕਰਦੇ ਹੁੰਦੇ ਆ ਮੈਨੋਰੀਅਲ ਡਿਊਜ਼ ਨੂੰ। ਮੈਨੋਰੀਅਲ ਡਿਊਜ਼ ਹੁੰਦੇ ਆ ਜਿਵੇਂ ਆਪਾਂ ਆੜ੍ਹਤੀਆਂ ਕੋਲ ਸਾਡਾ ਬਕਾਇਆ ਰਹਿੰਦਾ ਹੁੰਦਾ ਵੀ ਉਹਨਾਂ ਦੇ ਕਿੰਨੇ ਪੈਸੇ ਦੇਣੇ ਆ, ਉਹ ਸਾਰੇ ਡਾਕੂਮੈਂਟ ਨੂੰ ਸਾੜ ਦਿੰਦੇ ਆ। ਡਾਕੂਮੈਂਟ ਕੰਟੇਨਿੰਗ ਰਿਕਾਰਡਸ ਆਫ ਮੈਨੋਰੀਅਲ ਡਿਊਜ਼, ਜਿਹੜਾ ਕੁਛ ਉਹਨਾਂ ਨੇ ਦੇਣਾ ਹੁੰਦਾ ਸਰਕਾਰ ਦੇ, ਜਿਨ੍ਹਾਂ ਨੇ ਪੈਸੇ ਦੇਣੇ ਹੁੰਦੇ ਆ, ਉਹ ਜਿਹੜੇ ਡਾਕੂਮੈਂਟ ਉੱਪਰ ਲਿਖਿਆ ਹੁੰਦਾ ਉਹਨਾਂ ਨੂੰ ਸਾਰਿਆਂ ਨੂੰ ਕੀ ਕਰ ਦਿੰਦੇ ਆ, ਬਰਨਟ ਡਾਊਨ ਕਰ ਦਿੰਦੇ ਆ, ਸਾੜ ਦਿੰਦੇ ਆ। ਅ ਲਾਰਜ ਨੰਬਰ ਆਫ ਨੋਬਲਸ ਫਲੈਡ ਫਰੋਮ ਦੀਅਰ ਹੋਮਸ, ਅਤੇ ਬਹੁਤ ਸਾਰੇ ਜਿਹੜੇ ਨੋਬਲਸ ਹੁੰਦੇ ਆ ਉਹ ਭੱਜ ਜਾਂਦੇ ਆਪਣੇ ਘਰਾਂ ਦੇ ਵਿੱਚੋਂ। ਮੈਨੀ ਆਫ ਦੈਮ ਮਾਈਗਰੇਟਿੰਗ ਟੂ ਦਾ ਨੇਬਰ ਕੰਟਰੀਜ਼, ਅਤੇ ਬਹੁਤ ਸਾਰੇ ਉਹਨਾਂ ਦੇ ਵਿੱਚੋਂ ਦੇਸ਼ ਛੱਡ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਵਸ ਜਾਂਦੇ, ਜਾ ਕੇ ਉੱਥੇ ਜਾ ਕੇ ਰਹਿਣ ਲੱਗ ਜਾਂਦੇ ਆ। ਨੈਕਸਟ ਕੀ ਹੁੰਦਾ ਫਿਰ, ਫੇਸਡ ਵਿਦ ਦਾ ਪਾਵਰ ਆਫ ਹਿਜ਼ ਰਿਵੋਲਟਿੰਗ ਸਬਜੈਕਟ, ਜਦੋਂ ਉਹਨੂੰ ਇਹ ਪਾਵਰ ਆਫ ਰਿਵੋਲਟਿੰਗ ਦਾ ਪਤਾ ਲੱਗਦਾ ਕਿ ਰਿਵੋਲਟ ਦੀ ਕਿੰਨੀ ਪਾਵਰ ਆ ਰਾਜੇ ਨੂੰ, ਲੂਈ 16 ਫਾਈਨਲੀ ਅਕੋਰਡਿੰਗ ਰਿਕੋਗਨਾਈਜੇਸ਼ਨ ਟੂ ਦਾ ਨੈਸ਼ਨਲ ਅਸੈਂਬਲੀ, ਤਾਂ ਉਹ ਮਾਨਤਾ ਦੇ ਦਿੰਦਾ ਨੈਸ਼ਨਲ ਅਸੈਂਬਲੀ ਨੂੰ। ਐਂਡ ਅਸੈਪਟਡ ਦੈਟ ਪ੍ਰਿੰਸੀਪਲ ਦੈਟ ਹਿਜ਼ ਪਾਵਰ ਵੁੱਡ ਫਰੋਮ ਨਾਓ ਬੀ ਚੈੱਕਡ ਬਾਏ ਕੰਸਟੀਟਿਊਸ਼ਨ, ਤਾਂ ਹੁਣ ਉਹ ਕਹਿ ਦਿੰਦਾ ਹੈਗਾ ਕਿ ਜਿਹੜੀਆਂ ਮੇਰੀਆਂ ਪਾਵਰਸ ਹੋਣਗੀਆਂ, ਨੈਸ਼ਨਲ ਅਸੈਂਬਲੀ ਨੂੰ ਮਾਨਤਾ ਦੇ ਦਿੰਦਾ, ਔਰ ਇਹ ਵੀ ਮੰਨ ਲੈਂਦਾ ਕਿ ਜਿਹੜੀਆਂ ਮੇਰੀਆਂ ਪਾਵਰਸ ਹੋਣਗੀਆਂ ਉਹਨਾਂ ਨੂੰ ਚੈੱਕ ਕੌਣ ਕਰਿਆ ਕਰੂਗਾ, ਕੰਸਟੀਟਿਊਸ਼ਨ ਚੈੱਕ ਕਰਿਆ ਕਰੂਗਾ, ਸੰਵਿਧਾਨ, ਜਿਹੜਾ ਕਿ ਕੌਣ ਬਣਾਊਗੀ, ਨੈਸ਼ਨਲ ਅਸੈਂਬਲੀ। ਔਨ ਦ ਨਾਈਟ ਆਫ 4 ਅਗਸਤ 1789, 4 ਅਗਸਤ 1799 ਨੂੰ ਦਾ ਅਸੈਂਬਲੀ ਪਾਸਡ ਏ ਡਿਕਰੀ ਅਬੋਲਿਸ਼ ਦਾ ਫਿਊਡਲ ਸਿਸਟਮ। 4 ਅਗਸਤ 1789 ਨੂੰ ਜਿਹੜੀ ਅਸੈਂਬਲੀ ਹੁੰਦੀ ਆ ਉਹ ਇੱਕ ਡਿਕਰੀ ਪਾਸ ਕਰਦੀ ਆ, ਕੌਣ, ਨੈਸ਼ਨਲ ਅਸੈਂਬਲੀ ਦੀ ਗੱਲ ਹੋ ਰਹੀ ਆ, ਕਿ ਜਿਹੜਾ ਫਿਊਡਲ ਸਿਸਟਮ ਆ, ਸਾਮੰਤਵਾਦ ਹੈ, ਉਹਨੂੰ ਖਤਮ ਕਰ ਦਿਓ। ਡਿਕਰੀ ਅਬੋਲਿਸ਼ਿੰਗ ਫਿਊਡਲ ਸਿਸਟਮ ਆਫ ਓਬਲੀਗੇਸ਼ਨ ਐਂਡ ਟੈਕਸਸ, ਅਤੇ ਸਾਰੇ ਜਿਹੜੇ ਟੈਕਸ ਲਾਉਂਦੇ ਆ ਫਿਊਡਲ ਸਿਸਟਮ ਕਿਸਾਨਾਂ ਦੇ ਉੱਪਰ, ਜਿਹੜੇ ਫਿਊਡਲ ਸਾਮੰਤ ਆ ਕਿਸਾਨਾਂ ਉੱਪਰ ਜਿਹੜੇ ਟੈਕਸ ਲਾਉਂਦੇ ਆ, ਐਂਡ ਉਹਨਾਂ ਦੀਆਂ ਓਬਲੀਗੇਸ਼ਨਸ ਆ ਸਾਰੀਆਂ ਖਤਮ ਕਰ ਦਿਓ। ਮੈਂਬਰ ਆਫ ਦਾ ਕਲਰਜੀ ਟੂ ਵਰ ਫੋਰਸਡ, ਜਿਹੜੇ ਕਲਰਜੀ ਦੇ ਮੈਂਬਰ ਹੁੰਦੇ ਆ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਟੂ ਗਿਵ ਅਪ ਦੀਅਰ ਪ੍ਰਿਵਿਲੇਜਸ, ਜਿਹੜੇ ਕਲਰਜੀ ਦੇ ਮੈਂਬਰ ਹੁੰਦੇ ਆ, ਕਲਰਜੀ ਮੈਂਬਰ ਹੁੰਦੇ ਆ, ਉਹਨਾਂ ਨੂੰ ਸਾਰਿਆਂ ਨੂੰ ਕਿਹਾ ਜਾਂਦਾ ਵੀ ਆਪਣੇ ਜਿਹੜੇ ਤੁਹਾਡੇ ਵਿਸ਼ੇਸ਼ ਅਧਿਕਾਰ ਆ ਉਹਨਾਂ ਨੂੰ ਛੱਡ ਦਿਓ, ਕਿਉਂਕਿ ਨੈਸ਼ਨਲ ਅਸੈਂਬਲੀ ਕਹਿੰਦੀ ਆ ਹੁਣ ਸਾਰੇ ਲੋਕ ਇੱਕੋ ਜਿਹੇ ਹੋਣਗੇ, ਹੁਣ ਕਿਸੇ ਵੀ ਵਿਅਕਤੀ ਨੂੰ ਖਾਸ ਨੂੰ ਕੋਈ ਜਿਹੜਾ ਹੈਗਾ ਅਧਿਕਾਰ ਨਹੀਂ ਦਿੱਤਾ ਜਾਊਗਾ। ਐਂਡ ਗਿਵ ਅਪ ਹੁੰਦਾ ਤਿਆਗਣਾ, ਛੱਡਣਾ, ਗਿਵ ਅਪ ਦੀਅਰ ਪ੍ਰਿਵਿਲੇਜ, ਆਪਣੇ ਅਧਿਕਾਰ ਛੱਡ ਦਿਓ। ਤਿੱਥੇਜ਼ ਵਰ ਅਬੋਲਿਸ਼, ਆਪਾਂ ਪਿੱਛੇ ਪੜ੍ਹਿਆ ਹੋਇਆ ਸੀਗਾ ਕਿ ਤਿੱਥੇ ਇੱਕ ਟੈਕਸ ਸੀਗਾ, ਵਰ ਅਬੋਲਿਸ਼, ਉਹਨੂੰ ਹਟਾ ਦਿੱਤਾ ਗਿਆ। ਐਂਡ ਲੈਂਡਸ ਵਰ ਓਨਡ ਬਾਏ ਚਰਚ, ਜਿਹੜੀ ਲੈਂਡ ਸੀਗੀ ਉਹ ਸਿਰਫ ਚਰਚ ਦੁਆਰਾ ਓਨਡ ਕੀਤੀ ਚਰਚ ਵਰ ਦ ਲੈਂਡਸ ਵਰ ਓਨਡ ਬਾਏ ਦਾ ਚਰਚ ਵਰ ਕੌਨਫਿਸਕੇਟਡ। ਕੌਨਫਿਸਕੇਟਡ ਦਾ ਮੀਨਿੰਗ ਹੁੰਦਾ ਕਿ ਕਿਸੇ ਵੀ ਚੀਜ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ। ਹੁਣ ਜਿਹੜੀ ਲੈਂਡ ਸੀਗੀ, ਜ਼ਮੀਨ ਸੀਗੀ ਚਰਚ ਕੋਲੇ, ਚਰਚ ਦੇ ਨਾਮ 'ਤੇ ਜ਼ਮੀਨ ਸੀਗੀ, ਉਹ ਸਾਰੀ ਕੀ ਆ, ਕੌਨਫਿਸਕੇਟ ਕਰ ਲਈ ਗਈ, ਕਬਜ਼ੇ 'ਚ ਕਰ ਲਈ ਗਈ। ਉਹ ਜਿਵੇਂ ਆਪਣੇ ਇੱਥੇ ਕਈ ਵਾਰੀ ਕੀ ਹੁੰਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਜਾਂ ਕਿਸੇ ਵੀ ਧਾਰਮਿਕ ਸਥਾਨ ਦੇ ਨਾਮ 'ਤੇ ਕੋਈ ਨਾ ਕੋਈ ਜ਼ਮੀਨ ਹੁੰਦੀ ਆ, ਉਵੇਂ ਹੀ ਉੱਥੇ ਵੀ ਜਿਹੜੀ ਹੈ ਚਰਚ ਦੇ ਨਾਮ 'ਤੇ ਬਹੁਤ ਸਾਰੀ ਜ਼ਮੀਨ, ਜਿਹੜੇ ਸੀਗੇ ਪਾਦਰੀ ਸੀਗੇ ਉਹ ਉਹਦੇ ਉੱਪਰ ਖੇਤੀ ਕਰਵਾਉਂਦੇ ਸੀਗੇ ਆਪਣੇ ਪਰਪਸ ਲਈ, ਔਰ ਉਹ ਜ਼ਮੀਨ ਐਕਚੁਅਲ ਦੇ ਵਿੱਚ ਕਿਸਾਨਾਂ ਦੀ ਜ਼ਮੀਨ ਹੁੰਦੀ ਸੀਗੀ, ਚਰਚ ਉਹਨੂੰ ਕਬਜ਼ੇ 'ਚ ਕਰ ਰੱਖਿਆ ਸੀਗਾ। ਬਟ ਹੁਣ ਜਿਹੜੀ ਹੈਗੀ ਆ ਨੈਸ਼ਨਲ ਅਸੈਂਬਲੀ ਚਰਚ ਨੂੰ ਕਹਿੰਦੀ ਆ ਉਹਨਾਂ ਦੇ ਸਾਰੇ ਜਿਹੜੇ ਤਿੱਥੇ ਟੈਕਸ ਸੀਗਾ ਉਹਨੂੰ ਵੀ ਬੰਦ ਕਰਤਾ, ਐਂਡ ਜਿਹੜੀ ਲੈਂਡ ਸੀ ਉਹਨਾਂ ਕੋਲ ਉਹ ਵੀ ਚਰਚ ਤੋਂ ਲੈ ਲਈ ਗਈ। ਉਹ ਚਰਚ ਵਰ ਕੌਨਫਿਸਕੇਟਡ, ਓਨਡ ਬਾਏ ਦਾ ਚਰਚ ਵਰ ਕੌਨਫਿਸਕੇਟਡ, ਮਤਲਬ ਕਿ ਕਬਜ਼ੇ ਦੇ ਵਿੱਚ ਲੈ ਲਈ ਗਈ ਨੈਸ਼ਨਲ ਅਸੈਂਬਲੀ ਦੁਆਰਾ। ਐਜ਼ ਏ ਰਿਜ਼ਲਟ, ਫਿਰ ਇਹਦਾ ਰਿਜ਼ਲਟ ਕੀ ਹੁੰਦਾ, ਗੌਰਮੈਂਟ ਅਕਵਾਇਰ ਐਸਡ ਵਰਥ ਐਟ ਲੀਸਟ 2 ਬਿਲੀਅਨ ਲਿਵਰਸ, ਉਹਨਾਂ ਦੀ ਜਿਹੜੀ ਇਹ ਕਰੰਸੀ ਆ ਉਹਦੇ ਵਿੱਚ ਇੰਨਾ ਕੁਛ ਕਰਨ ਦੇ ਬਾਵਜੂਦ ਗੌਰਮੈਂਟ ਕੋਲੇ ਸੰਪੱਤੀ ਆ ਜਾਂਦੀ ਆ, ਧਨ ਦੌਲਤ ਆ ਜਾਂਦੀ ਆ, ਜਿਹਦੀ ਕੀਮਤ ਕਿੰਨੀ ਹੁੰਦੀ ਆ,
ਐਟ ਲੀਸਟ 2 ਬਿਲੀਅਨ ਲੀਵਰਸ, ਉਹਨਾਂ ਦੀ ਕਰੰਸੀ ਦੇ ਵਿੱਚ 2 ਬਿਲੀਅਨ ਲੀਵਰਸ ਉਹਦੀ ਕੀਮਤ ਹੁੰਦੀ ਆ। ਜਿਹੜੀ ਜ਼ਮੀਨ ਉਹ ਚਰਚ ਤੋਂ ਲੈਂਦੇ ਆ ਜਾਂ ਫਿਰ ਫਿਊਡਲ ਤੋਂ ਸਾਮੰਤਵਾਦ ਨੂੰ ਖਤਮ ਕਰਨ ਤੋਂ ਬਾਅਦ ਵੱਡੇ ਵੱਡੇ ਜ਼ਿਮੀਂਦਾਰਾਂ ਤੋਂ ਲੈਂਦੇ ਆ, ਪ੍ਰੋਪਰਟੀ ਖੋਹਦੇ ਆ, ਜ਼ਮੀਨ ਖੋਹਦੇ ਆ, ਉਹਦੀ ਕੀਮਤ 2 ਬਿਲੀਅਨ ਲੀਵਰਸ ਹੁੰਦੀ ਆ, ਜਿਹਦੇ ਨਾਲ ਉਹਨਾਂ ਦਾ ਜਿਹੜਾ ਕਰਜ਼ਾ ਹੈਗਾ ਈਜ਼ਲੀ ਪੇ ਕੀਤਾ ਜਾ ਸਕਦਾ। ਅਤੇ ਨੈਕਸਟ ਸਾਡੇ ਕੋਲ ਹੈਗਾ, ਇਹਦੇ ਨਾਲ ਤੁਹਾਡੇ ਰਾਈਟ ਹੈਂਡ 'ਤੇ ਮੀਨਿੰਗ ਦਿੱਤੇ ਹੋਇਆ। ਚਟੈਕਸ ਦਾ ਮੀਨਿੰਗ ਕੀ ਹੈ? ਕੈਸਲ ਆਫ ਸਟੇਟਲੀ ਰੈਜ਼ੀਡੈਂਸ ਬਿਲੋਂਗ ਟੂ ਕਿੰਗ ਔਰ ਨੋਬਲਮੈਨ। ਮੈਨੋਰ ਕੀ ਹੁੰਦੇ ਹਨ? ਸਟੇਟ ਕੰਸਿਸਟਿੰਗ ਆਫ ਅ ਲॉर्ड्स लैंड एंड हिज मैंशन। ਇਹਦੇ ਨਾਲ ਹੀ ਆਪਣਾ ਜਿਹੜਾ ਅੱਜ ਦਾ ਪਾਰਟ ਆ ਉਹ ਖਤਮ ਹੋ ਚੁੱਕਾ। ਅਤੇ ਸਟੂਡੈਂਟ ਨੂੰ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜੇ ਵੀ ਉਹ ਵਰਡ ਫਾਈਂਡ ਕਰਦੇ ਆ ਉਹਨਾਂ ਨੇ ਕਿਸ ਤਰ੍ਹਾਂ ਵਰਡ ਫਾਈਂਡ ਕਰਨੇ ਆ, ਉਹ ਮੈਂ ਤਰੀਕਾ ਦੱਸਣ ਲੱਗਾ ਹੈਗਾ। ਤੁਸੀਂ ਆਪਣੇ ਗੂਗਲ ਪੇਜ ਦੇ ਵਿੱਚ ਜਾਣਾ ਹੈਗਾ, ਔਰ ਤੁਸੀਂ ਸਰਚ ਕਰਨਾ ਗੂਗਲ। ਹੁਣ ਇੱਥੇ ਤੁਸੀਂ ਕੋਈ ਵੀ ਵਰਡ ਟਾਈਪ ਕਰਨਾ, ਕੇਟਡ ਮੀਨਿੰਗ, ਇੱਦਾਂ ਤੁਸੀਂ ਜਦੋਂ ਲਿਖੋਗੇ ਮੀਨਿੰਗ ਆ ਗਿਆ। ਤੁਸੀਂ ਇਹ ਫਸਟ ਵਾਲਾ ਮੀਨਿੰਗ ਨਹੀਂ ਦੇਖਣਾ, ਤੁਸੀਂ ਜਦੋਂ ਨੀਚੇ ਇਹਨੂੰ ਸਕਰੋਲ ਕਰੋਗੇ ਆਪਣੇ ਮੋਬਾਈਲ ਫੋਨ ਦੇ ਉੱਪਰੋਂ ਵੀ ਇਹ ਸੇਮ ਹੀ ਹੋ ਜਾਂਦਾ, ਤਾਂ ਤੁਹਾਡੇ ਸਾਹਮਣੇ ਇੱਥੇ ਆਊਗੀ ਲਿਖਿਆ ਹੋਊਗਾ HTTP ਡਿਕਸ਼ਨਰੀ cambridge.org। ਇਹਦੇ ਉੱਪਰ ਜਦੋਂ ਤੁਸੀਂ ਇਹਨੂੰ ਕਲਿੱਕ ਕਰੋਗੇ, ਇਹਦੇ ਉੱਪਰ ਜਿਹੜਾ ਵੀ ਫਸਟ ਮੀਨਿੰਗ ਆਊਗਾ ਤੁਸੀਂ ਸਿਰਫ ਉਹ ਲਿਖਣਾ, ਓਨਲੀ ਸਿੰਗਲ ਮੀਨਿੰਗ। ਐਂਡ ਸਟੂਡੈਂਟ ਨੇ ਕੋਈ ਵੀ ਹੋਰ ਅਨਦਰ ਡਿਕਸ਼ਨਰੀ ਨਹੀਂ ਯੂਜ਼ ਕਰਨੀ, ਸਿਰਫ ਕੈਂਬਰਿਜ ਯੂਜ਼ ਕਰਨੀ ਆ। ਜਿਵੇਂ ਹੁਣ ਇੱਥੇ ਕੈਂਬਰਿਜ ਦਾ ਮੀਨਿੰਗ, ਇੱਥੇ ਕੌਨਫੀਗੇਟਡ ਦਾ ਮੀਨਿੰਗ ਆਇਆ ਹੈ। ਤੁਸੀਂ ਇਹਦਾ ਸਾਊਂਡ ਵੀ ਇਹਨੂੰ ਪ੍ਰੋਨਾਊਂਸ ਕਿੱਦਾਂ ਕਰਨਾ ਚੈੱਕ ਕਰ ਸਕਦੇ ਹੋ। ਟੂ ਟੇਕ ਏ ਪੋਜੈਸ਼ਨ ਅਵੇ ਫਰੋਮ ਸਮਵਨ ਵੈਨ ਯੂ ਹੈਵ ਦਾ ਰਾਈਟ ਟੂ ਡੂ ਸੋ, ਯੂਜ਼ਲੀ ਐਜ਼ ਏ ਪਨਿਸ਼ਮੈਂਟ ਐਂਡ ਆਫਟਨ ਫਾਰ ਏ ਲਿਮਟਡ ਪੀਰੀਅਡ, ਆਫਟਰ ਵਿਚ ਇਟ ਇਜ਼ ਰਿਟਰਨ ਟੂ ਦਾ ਓਨਰ। ਤਾਂ ਇਹ ਇੱਦਾਂ ਤੁਸੀਂ ਮੀਨਿੰਗ ਦੇਖਣਾ ਸਿਰਫ ਕੈਂਬਰਿਜ ਯੂਨੀਵਰਸਿਟੀ ਤੋਂ। ਅਤੇ ਤੁਸੀਂ ਆਪਣੀ ਨੋਟਬੁੱਕ ਰੈਗੂਲਰਲੀ ਤਿਆਰ ਕਰਦੇ ਰਹਿਣਾ। ਹੁਣ ਮੈਂ ਤੁਹਾਨੂੰ ਦੱਸ ਰਿਹਾ ਕਿਹੜੇ ਕਿਹੜੇ ਵਰਡ ਤੁਸੀਂ ਇਸ ਪੇਜ ਦੇ ਵਿੱਚੋਂ ਫਾਈਂਡ ਕਰਕੇ ਉਹਨਾਂ ਦੇ ਮੀਨਿੰਗ ਲਿਖ ਕੇ ਲੈ ਕੇ ਆਉਣੇ ਆ। ਜਿਹੜੇ ਇਸ ਤਰ੍ਹਾਂ ਡਾਰਕ ਕੀਤੇ ਜਾਣਗੇ ਮੈਂ ਬੋਲੂँਗਾ, ਉਹੀ ਮੀਨਿੰਗ ਤੁਸੀਂ ਆਪਣੀ ਨੋਟਬੁੱਕ 'ਤੇ ਨੋਟ ਕਰਕੇ ਲੈ ਕੇ ਆਉਣੇ ਆ। 9th ਕਲਾਸ ਦੇ ਸਟੂਡੈਂਟ ਨੇ ਇੱਕ ਨੋਟਬੁੱਕ ਲਗਾਉਣੀ ਆ, ਫੇਅਰ ਨੋਟਬੁੱਕ, ਔਰ ਉਹਦੇ ਉੱਪਰ ਤੁਸੀਂ ਇਹ ਵਰਕ ਕਰਨਾ। ਰੈਦਰ, representative, however, monarch, resplendent, delegates, prospers, grievances, determine,
inflation, pamphlet, sheatherd, turmoil, shiver, exploited, hoarded, stormed, troops, agitate, rumorous, manner, brigands, frenzy, seized, hoy, pitchforks, talks, manorial, manorial word, decree, abolishing, feudal, obligation, confiscated, confiscated। ਤੇ ਅੱਜ ਆਪਣੇ ਸਬ ਟੌਪਿਕ ਨਾਲ ਅਸੀਂ ਅੱਜ ਦੀ ਵੀਡੀਓ ਫਿਨਿਸ਼ ਕਰਦੇ ਹਾਂ। ਜੇ ਕੋਈ ਪ੍ਰੋਬਲਮ ਹੋਈ ਤੁਸੀਂ ਮੈਨੂੰ WhatsApp 'ਤੇ ਚੈਟ ਕਰ ਸਕਦੇ ਹੋ, ਅਤੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਕੱਲ੍ਹ ਵਾਲੀ ਜੋ ਨੈਕਸਟ ਕਲਾਸ ਲੱਗੂਗੀ, ਜਦੋਂ ਵੀ ਲਾਈਵ ਕਲਾਸ ਲੱਗੂਗੀ, ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਆਪਣੇ ਸੁਝਾਅ ਦੱਸ ਸਕਦੇ ਹੋ। ਕੀਪ ਵਾਚਿੰਗ EH ਮੋਗਾ। ਥੈਂਕ ਯੂ ਵੈਰੀ ਮਚ।
Student, you can join your next classes. Now class has been finished of SST. Thank you very much.